ਆਇਆਂ ਨੂੰ ਖੁਸ਼ਾਮਦੀਦ। ਤੁਸੀਂ ਤੇ ਤੁਹਾਡਾ ਪਰਿਵਾਰ ਹਰਦਮ ਰਹੇ ਸਿਹਤਯਾਬ। ਇਸੇ ਦੁਆ ਦੇ ਨਾਲ ਲੈ ਹਾਜ਼ਰ ਹਾਂ ਮੈਂ PTC ਨਿਊਜ਼ ਦਾ ਇਹ ਖਾਸ ਉਪਰਾਲਾ ਡਾਕਟਰ ਸਪੀਕ, ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਬਾਰੇ ਮੈਂ ਕਰਦਾ ਹਾਂ ਚਰਚਾ ਵੱਖ-ਵੱਖ ਡਾਕਟਰਸ ਦੇ ਨਾਲ, ਤਾਂ ਜੋ ਸਹੀ ਸਮੇਂ ਤੇ ਮਿਲ ਸਕੇ ਤੁਹਾਨੂੰ ਸਹੀ ਸਲਾਹ। ਤੇ ਅੱਜ ਅਸੀਂ ਚਰਚਾ ਕਰਾਂਗੇ ਬੱਚੇਦਾਨੀ ਦੇ ਕੈਂਸਰ ਬਾਰੇ, ਜਿਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਕੈਪੀਟਲ ਹਸਪੀਟਲ ਜਲੰਧਰ ਤੋਂ ਸੀਨੀਅਰ ਔਨਕੋਲੋਜਿਸਟ ਡਾਕਟਰ ਹਿਮਾਂਸ਼ੂ ਸ਼੍ਰੀਵਾਸਤਵ ਅਤੇ ਡਾਕਟਰ ਪ੍ਰੀਤੀ ਨੇਗੀ ਮੌਜੂਦ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਜੀ ਆਇਆਂ ਨੂੰ। ਡਾਕਟਰ ਸਾਹਿਬ, ਅੱਜ ਜਿਹੜਾ ਵਿਸ਼ਾ ਹੈ ਬਹੁਤ ਹੀ ਅਹਿਮ ਹੈ ਔਰ ਮੈਨੂੰ ਲੱਗਦਾ ਹੈ ਕਿ ਸਾਡੇ ਜਿਹੜੇ ਵਿਊਅਰਸ ਨੇ ਉਹਨਾਂ ਵਿੱਚ ਜੋ ਇਸ ਨਾਲ 2-4 ਹੋ ਚੁੱਕੇ ਨੇ, ਜੋ ਇਸ ਦੇ ਮਰੀਜ਼ ਰਹੇ ਨੇ, ਉਹਨਾਂ ਲਈ ਵੀ ਤੇ ਜੋ ਹੋ ਸਕਦੇ ਨੇ ਉਹਨਾਂ ਲਈ ਵੀ ਇਹ ਬਹੁਤ ਪੁਖਤਾ ਜਾਣਕਾਰੀ ਜਿਹੜੀ ਹੈ ਅੱਜ ਦੇ ਪ੍ਰੋਗਰਾਮ ਦੇ ਜ਼ਰੀਏ ਅਸੀਂ ਦੇਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲੇ ਤੇ ਭਾਰਤ ਦੀ ਜੇ ਅਸੀਂ ਗੱਲ ਕਰੀਏ, ਉਸ ਦੀ ਬੱਚੇਦਾਨੀ ਦੇ ਕੈਂਸਰ ਦੇ हवाले नाल मौजूदा स्थिति जड़ी है वो की है? स्टडीज़ कहती हैं कि फॉर्चुनेटली लेडीज़ में कैंसर कम होता है एज़ कम्पेयर टू मेल्स। पुरुषों से कम होता है लेडीज़ में। और लेडीज़ के जो 2 मोस्ट कॉमन कैंसर हैं वो है ब्रेस्ट कैंसर और कार्सिनोमा सर्विक्स, मतलब बच्चेदानी के मुंह का कैंसर। बच्चेदानी के मुंह का जो कैंसर है, अगर मैं पूरे वर्ल्ड का इंसिडेंस देखूं तो सबसे ज़्यादा केसेस कार्सिनोमा सर्विक्स के इंडिया में होते हैं। इंडिया में हर साल 1.5 लाख से ज़्यादा केसेस कार्सिनोमा सर्विक्स के होते हैं और अराउंड 80,000 से ज़्यादा डेथ्स कार्सिनोमा सर्विक्स की वजह से होती है। और सबसे समझने वाली बात यह है कि ये कैंसर ठीक हो सकता है। इस कैंसर के लिए थोड़ा सा अगर हम अवेयरनेस करें तो इससे हम अपना बचाव कर सकते हैं। तो मौजूदा जिवें तुसी आंकड़े कह रहे हो कि 1.5 ਲੱਖ ਜਿਹੜੇ ਨੇ ਔਰ 80,000 ਮੌਤਾਂ, ਕਾਫੀ ਚੌਂਕਾ ਦੇਣ ਵਾਲੇ ਆंकड़े ਜਿਹੜੇ ਨੇ ਉਹ ਨੇ। ਤੇ ਇਸ ਦੇ ਜਿਹੜੇ ਮੁੱਖ ਕਾਰਨ ਜਿਹੜੇ ਡਾਕਟਰ ਪ੍ਰੀਤੀ ਰਹਿੰਦੇ ਨੇ, ਉਹ ਮੁੱਖ ਕਾਰਨ ਇਹਦੇ ਕੀ ਵੇਖਣ ਨੂੰ ਮਿਲਦੇ ਨੇ? ਜਿਹੜਾ ਇਹ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੈ, ਇਹ ਮੇਨਲੀ HPV, ਜਿਹਨੂੰ ਅਸੀਂ ਹਿਊਮਨ ਪੈਪਿਲੋਮਾ ਵਾਇਰਸ ਕਹਿੰਦੇ ਆ, ਉਸ ਦੇ ਨਾਲ ਹੁੰਦਾ ਹੈ। ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਰੋਨਾ ਵਾਇਰਸ ਬਾਰੇ, ਕਰੋਨਾ ਵਾਇਰਸ ਵੀ ਇੱਕ ਵਾਇਰਸ ਹੀ ਹੈ, ਇਸੇ ਤਰ੍ਹਾਂ HPV ਵੀ ਇੱਕ ਵਾਇਰਸ ਹੈ। ਇਹਦੀ ਕਈ ਸਬ ਟਾਈਪਸ ਹੁੰਦੀਆਂ ਨੇ, ਕੁਝ ਕੈਂਸਰ ਕਰਦੀਆਂ ਨੇ ਤੇ ਕੁਝ ਕੈਂਸਰ ਦੇ ਇਲਾਵਾ ਹੋਰ ਬਿਮਾਰੀਆਂ ਕਰਦੀਆਂ ਨੇ। ਜੇ ਮੈਂ ਗੱਲ ਕਰਾਂ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ, ਤਾਂ ਇਹ ਮੇਨਲੀ HPV 16 ਤੇ 18 ਦੇ ਕਾਰਨ ਹੁੰਦਾ ਹੈ। ਕੋਈ ਵੀ ਲੇਡੀ ਜੇ ਉਹ ਹੈਲਦੀ ਹੈ, ਉਹਨੂੰ ਸੈਕਸ਼ੂਅਲ ਐਕਟੀਵਿਟੀ ਦੇ ਕਾਰਨ ਇਹ ਇਨਫੈਕਸ਼ਨ ਹੋ ਸਕਦਾ ਹੈ, ਪਰ ਨਾਰਮਲੀ ਕਿਉਂਕਿ ਉਹ ਹੈਲਦੀ ਹੈ, ਇਹ ਇਨਫੈਕਸ਼ਨ ਆਪਣੇ ਆਪ ਸਰੀਰ ਤੋਂ ਨਿਕਲ ਜਾਂਦਾ ਹੈ। ਪਰ ਜੇ ਤੁਹਾਨੂੰ ਕੁਝ ਰਿਸਕ ਫੈਕਟਰਸ ਹੈ, ਜਿਵੇਂ ਕਿ ਜੇ ਤੁਹਾਡੀ ਇਮਿਊਨਿਟੀ ਘੱਟ ਹੈ, ਮਤਲਬ ਜੇ ਸਰੀਰ ਦੀ ਤਾਕਤ ਘੱਟ ਹੈ ਕੀਟਾਣੂਆਂ ਨਾਲ ਲੜਨ ਦੀ, ਤਾਂ ਇਹ ਉਸ ਇਨਫੈਕਸ਼ਨ ਨੂੰ ਕਲੀਅਰ ਨਹੀਂ ਹੋਣ ਦਿੰਦਾ, ਨਿਕਲਣ ਨਹੀਂ ਦਿੰਦਾ, ਜਿਸ ਕਰਕੇ ਬੱਚੇਦਾਨੀ ਦਾ ਜਿਹੜਾ ਮੂੰਹ ਹੈ ਉੱਥੇ ਕੁਝ ਚੇਂਜਸ ਹੋਣੇ ਸ਼ੁਰੂ ਹੋ ਜਾਂਦੇ ਨੇ। ਇਹ ਚੇਂਜਸ ਬਹੁਤ ਟਾਈਮ ਲੱਗਦਾ ਹੈ, 5 ਸਾਲ 10 ਸਾਲ 15 ਸਾਲ 'ਚ ਹੌਲੇ ਹੌਲੇ ਕਰਕੇ ਇਹ ਕੈਂਸਰ ਸਰਵਿਕਸ 'ਚ ਬਦਲ ਜਾਂਦਾ ਹੈ। ਜੇ ਮੈਂ ਰਿਸਕ ਫੈਕਟਰ ਜਾਂ ਇਸਦੇ ਕਾਜ਼ਸ ਦੀ ਗੱਲ ਕਰਾਂ ਕਿ ਕਿਉਂ ਹੋ ਰਿਹਾ ਹੈ, ਉਸ ਦਾ ਮੇਨ ਰੀਜ਼ਨ ਹੈ ਕਿਉਂਕਿ ਜਿਸ ਲੇਡੀ ਦੇ ਮਲਟੀਪਲ ਸੈਕਸ਼ੂਅਲ ਪਾਰਟਨਰਸ ਹੁੰਦੇ ਨੇ, ਜਾਂ ਕਿਸੇ ਦੀ ਅਗਰ ਸੈਕਸ਼ੂਅਲ ਐਕਟੀਵਿਟੀ ਜਿਹੜੀ ਹੈ ਉਹ ਘੱਟ ਏਜ 'ਚ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜੇ ਕਿਸੇ ਕੁੜੀ ਨੂੰ ਛੇਤੀ ਪੀਰੀਅਡਸ, ਘੱਟ ਉਮਰ 'ਚ ਪੀਰੀਅਡਸ ਆਉਣੇ ਸ਼ੁਰੂ ਹੋ ਜਾਂਦੇ ਨੇ, ਜਾਂ ਜਦ ਪੀਰੀਅਡਸ ਬੰਦ ਹੋ ਜਾਣੇ ਚਾਹੀਦੇ ਸੀ ਉਹ ਹਲੇ ਵੀ ਪੀਰੀਅਡਸ ਚੱਲਦੇ ਪਏ ਨੇ, ਤਾਂ ਇਹ ਰਿਸਕ ਜਿਹੜਾ ਸਰਵਿਕਸ ਕੈਂਸਰ ਦਾ ਰਿਸਕ ਹੈ ਉਹਨੂੰ ਵਧਾ ਦਿੰਦਾ ਹੈ। ਇਸ ਤੋਂ ਇਲਾਵਾ ਜਿਵੇਂ ਮੈਂ ਪਹਿਲਾਂ ਵੀ ਕਿਹਾ, ਇਮਿਊਨਿਟੀ ਘੱਟ ਹੋਣਾ, ਜਿਵੇਂ ਕਿ ਜੇ HIV ਹੈ ਜਾਂ ਕੋਈ ਸੈਕਸ਼ੂਅਲੀ ਟਰਾਂਸਮਿਟਡ ਡਿਜ਼ੀਜ਼ਸ ਹਨ, ਤਾਂ ਵੀ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦਾ ਰਿਸਕ ਵੱਧ ਜਾਂਦਾ ਹੈ। ਇਹ ਵੀ ਦੇਖਿਆ ਗਿਆ ਹੈ ਕਿ ਜੇ ਕਿਸੇ ਲੇਡੀ ਨੂੰ ਪ੍ਰੈਗਨੈਂਸੀ 3 ਜਾਂ 3 ਤੋਂ ਜ਼ਿਆਦਾ ਵਾਰ ਹੁੰਦੀ ਹੈ, ਤਾਂ ਵੀ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਵੱਧ ਜਾਂਦਾ ਹੈ। ਜ਼ਿਆਦਾਤਰ ਸਾਨੂੰ ਇਹ ਪੂਅਰ ਸੋਸ਼ੋ ਇਕਨੋਮਿਕ ਲੇਡੀਜ਼ 'ਚ ਦੇਖਣ ਨੂੰ ਮਿਲਦਾ ਹੈ, ਜਿਸ ਦਾ ਮਤਲਬ ਹੈ ਕਿ ਜਿਹੜੀ ਲੇਡੀਜ਼ ਆਪਣਾ ਧਿਆਨ ਨਹੀਂ ਰੱਖਦੀਆਂ, ਆਪਣੀ ਸਾਫ਼ ਸਫਾਈ ਨਹੀਂ ਰੱਖਦੀਆਂ, ਜਾਂ ਉਹਨਾਂ ਦਾ ਖਾਣਾ ਪੀਣਾ ਚੰਗਾ ਨਹੀਂ ਹੈ, ਉਹਨਾਂ ਨੂੰ ਇਹ ਕੈਂਸਰ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਨੇ। ਪਰ ਅੱਜ ਕੱਲ੍ਹ ਲੇਡੀਜ਼ ਸਮੋਕਿੰਗ ਵੀ ਕਰ ਰਹੀਆਂ ਨੇ, ਤੇ ਇਹ ਵੀ ਦੇਖਿਆ ਗਿਆ ਸਟੱਡੀਜ਼ ਵਿੱਚ ਕਿ ਜੇ ਸਮੋਕਿੰਗ ਕਰਦੀਆਂ ਨੇ ਲੇਡੀਜ਼, ਉਹਨਾਂ 'ਚ ਵੀ ਇਸ ਕੈਂਸਰ ਵਿੱਚ ਵਾਧਾ ਹੋ ਜਾਂਦਾ ਹੈ। ਤਾਂ ਇਹ ਕੁਝ ਕਾਜ਼ਸ, ਕੁਝ ਰਿਸਕ ਫੈਕਟਰਸ ਨੇ ਜਿਨ੍ਹਾਂ ਕਰਕੇ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੋ ਸਕਦਾ ਹੈ।
ਬਿਲਕੁਲ ਡਾਕਟਰ ਨੇਗੀ ਵੱਲੋਂ ਜਿਵੇਂ ਤੁਹਾਨੂੰ ਦੱਸਿਆ ਜਾ ਰਿਹਾ ਕਿ ਕਿਹੜੇ-ਕਿਹੜੇ ਰਿਸਕ ਫੈਕਟਰ ਜਿਹੜੇ ਨੇ ਉਹਨਾਂ ਨੇ ਬਹੁਤ ਹੀ ਡਿਟੇਲ 'ਚ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਬਾਬਤ ਤੁਹਾਡਾ ਧਿਆਨ ਦੇਣਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਤੇ ਇੱਥੇ ਮੈਮ ਇਹ ਵੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਕਲੀਨਿਕਲ ਫੀਚਰਸ ਜਿਵੇਂ ਅਸੀਂ ਲੱਛਣ ਦੀ ਗੱਲ ਕਰੀਏ, ਉਹ ਕਿਹੜੇ ਲੱਛਣ ਨੇ ਜਿਸ ਤੋਂ ਇਹ ਉਜਾਗਰ ਹੋ ਸਕਦਾ ਹੈ ਕਿ ਹਾਂ ਬਈ ਇਹਨਾਂ ਨੂੰ ਬੱਚੇਦਾਨੀ ਦਾ ਕੈਂਸਰ ਜਿਹੜਾ ਉਹ ਹੋ ਗਿਆ। ਲੱਛਣ 'ਚ ਅਸੀਂ ਕਹਿੰਦੇ ਹਾਂ ਜਿਵੇਂ ਐਬਨੋਰਮਲ ਵੈਜਾਈਨਲ ਡਿਸਚਾਰਜ, ਇਸ ਦਾ ਮਤਲਬ ਹੁੰਦਾ ਹੈ ਜਿਹਨੂੰ ਅਸੀਂ ਆਮ ਭਾਸ਼ਾ 'ਚ ਕਹਿੰਦੇ ਹਾਂ ਲੁਕੋਰੀਆ। ਲੁਕੋਰੀਆ ਜਿਹੜਾ ਹੁੰਦਾ ਹੈ ਉਹ ਇੱਕ ਸਫੇਦ ਰੰਗ ਦਾ ਪਾਣੀ ਆਂਦਾ ਹੈ, ਉਹਨੂੰ ਕਿਹਾ ਜਾਂਦਾ ਹੈ। ਉਹ ਬਿਲਕੁਲ ਨਾਰਮਲ ਚੀਜ਼ ਹੈ, ਉਸ ਨਾਲ ਘਬਰਾਉਣ ਦੀ ਲੋੜ ਨਹੀਂ ਹੈ। ਪਰ ਜੇ ਇਹਦਾ ਰੰਗ ਬਦਲ ਰਿਹਾ, ਇਹ ਪੀਲੇ ਰੰਗ ਦਾ ਪਾਣੀ ਆਣਾ ਸ਼ੁਰੂ ਹੋ ਗਿਆ, ਜਾਂ ਤੁਹਾਨੂੰ ਕੋਈ ਬਦਬੂ ਆ ਰਹੀ ਹੈ ਉਸ 'ਚੋਂ, ਜਾਂ ਫਿਰ ਜਿਹੜੇ ਪ੍ਰਾਈਵੇਟ ਪਾਰਟਸ ਨੇ ਉਹਨਾਂ 'ਚ ਕੋਈ ਇਚਿੰਗ ਹੋ ਰਹੀ ਹੈ, ਕੋਈ ਖਾਰਿਸ਼ ਹੋ ਰਹੀ ਹੈ, ਤਾਂ ਇਹ ਨਾਰਮਲ ਨਹੀਂ ਹੈ। ਇਸ ਤੋਂ ਇਲਾਵਾ ਕੁਝ ਲੇਡੀਜ਼ ਨੂੰ ਅਸੀਂ ਦੇਖਦੇ ਹਾਂ ਕਿ ਉਹਨਾਂ ਨੂੰ ਇੰਟਰਮੈਂਸਟਰਲ ਬਲੀਡਿੰਗ ਵੀ ਹੁੰਦੀ ਹੈ, ਜਿਸ ਦਾ ਮਤਲਬ ਹੈ ਜੇ ਤੁਹਾਨੂੰ ਇੱਕ ਵਾਰ ਪੀਰੀਅਡਸ ਹੋਏ ਤੇ ਅਗਲੇ ਮਹੀਨੇ ਦੂਜੇ ਪੀਰੀਅਡਸ ਜਦ ਹੋਣੇ ਸੀ ਉਸ ਦੇ ਵਿੱਚ ਇੱਕ ਵਾਰ ਹੋਰ ਪੀਰੀਅਡਸ ਦਾ ਆ ਜਾਣਾ, ਇਹਨੂੰ ਇੰਟਰਮੈਂਸਟਰਲ ਬਲੀਡਿੰਗ ਕਿਹਾ ਜਾਂਦਾ ਹੈ। ਤੇ ਇਹ ਵੀ ਇੱਕ ਨਿਸ਼ਾਨੀ ਹੈ, ਇੱਕ ਲੱਛਣ ਹੈ ਕਿ ਸ਼ਾਇਦ ਇਹ ਸਰਵਿਕਸ ਦਾ ਕੈਂਸਰ ਹੋ ਸਕਦਾ ਹੈ। ਅਸੀਂ ਆਪਣੀ ਪ੍ਰੈਕਟਿਸ 'ਚ ਕਈ ਵਾਰੀ ਇਦਾਂ ਦੇਖਦੇ ਹਾਂ ਕਿ ਲੇਡੀਜ਼ ਆਉਂਦੀਆਂ ਨੇ ਤੇ ਉਹ ਸਾਨੂੰ ਕਹਿੰਦੀਆਂ ਨੇ ਕਿ ਜਦ ਉਹ ਸੈਕਸ਼ੂਅਲ ਕੰਟੈਕਟ ਕਰਦੀਆਂ ਨੇ ਤਾਂ ਉਹਨਾਂ ਨੂੰ ਥੋੜਾ ਜਿਹਾ ਦਾਗ ਲੱਗਦਾ ਹੈ ਜਾਂ ਫਿਰ ਉਹਨਾਂ ਨੂੰ ਬਹੁਤ ਜ਼ਿਆਦਾ ਬਲੀਡਿੰਗ ਹੁੰਦੀ ਹੈ। ਮੈਂ ਇੱਥੇ ਦੱਸਣਾ ਚਾਹੁੰਦੀ ਹਾਂ ਕਿ ਇਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਹੈ। ਬਹੁਤ ਸਾਰੀ ਲੇਡੀਜ਼ ਸੋਚਦੀਆਂ ਨੇ ਇਹ ਨਾਰਮਲ ਹੈ, ਪਰ ਇਹ ਨਾਰਮਲ ਨਹੀਂ ਹੈ। ਜੇ ਤੁਹਾਨੂੰ ਇਸ ਤਰ੍ਹਾਂ ਦਾ ਸਿੰਪਟਮ ਹੋ ਰਿਹਾ ਹੈ, ਜ਼ਰੂਰੀ ਹੈ ਕਿ ਤੁਸੀਂ ਇੱਕ ਵਾਰ ਜਾ ਕੇ ਆਪਣੇ ਡਾਕਟਰ ਨੂੰ ਜ਼ਰੂਰ ਮਿਲੋ। ਇਸ ਦੇ ਇਲਾਵਾ ਜਦ ਲੇਡੀ ਦਾ ਪੀਰੀਅਡਸ ਦੀ ਬੰਦ ਹੋਣ ਦੀ ਉਮਰ ਆ ਜਾਂਦੀ ਹੈ ਪਰ ਉਹ ਪੀਰੀਅਡਸ ਉਹਨੂੰ ਹੁੰਦੇ ਰਹਿੰਦੇ ਨੇ, ਜਿਹਨੂੰ ਅਸੀਂ ਕਹਿੰਦੇ ਆ ਪੋਸਟ ਮਿਨੋਪੌਜ਼ਲ ਬਲੀਡਿੰਗ, ਕਿ ਇੱਕ ਵਾਰ ਪੀਰੀਅਡਸ ਬੰਦ ਹੋ ਗਏ, ਸਾਲ ਪਰ ਬੰਦ ਰਹੇ, ਉਹਦੇ ਬਾਅਦ ਫਿਰ ਤੋਂ ਸ਼ੁਰੂ ਹੋ ਗਏ, ਇਹ ਵੀ ਇੱਕ ਸਿੰਪਟਮ ਹੋ ਸਕਦਾ ਹੈ ਕੈਂਸਰ ਸਰਵਿਕਸ ਦਾ। ਮੈਂ ਜਿਹੜੇ ਵੀ ਸਿੰਪਟਮ ਦੱਸੇ ਇਹ ਜ਼ਰੂਰੀ ਨਹੀਂ ਕਿ ਇਹ ਕੈਂਸਰ ਸਰਵਿਕਸ ਦੇ ਹੀ ਹੋਣ, ਹੋ ਸਕਦਾ ਤੁਹਾਨੂੰ ਸਿਰਫ ਇਨਫੈਕਸ਼ਨ ਹੋਏ, ਹੋ ਸਕਦਾ ਤੁਹਾਨੂੰ ਕੋਈ ਹੋਰ ਬਿਮਾਰੀ ਹੋਏ, ਪਰ ਜ਼ਰੂਰੀ ਇਹ ਹੈ ਕਿ ਤੁਸੀਂ ਇੱਕ ਵਾਰ ਜਾ ਕੇ ਆਪਣੇ ਕੈਂਸਰ ਸਪੈਸ਼ਲਿਸਟ ਨੂੰ ਜਾਂ ਆਪਣੇ ਗਾਇਨੋਕੋਲੋਜਿਸਟ ਨੂੰ ਜ਼ਰੂਰ ਮਿਲੋ। ਇਸ ਤੋਂ ਇਲਾਵਾ ਜਦ ਇਹ ਬਹੁਤ ਜ਼ਿਆਦਾ ਫੈਲ ਜਾਂਦਾ ਹੈ ਤਾਂ ਇਹ ਕਮਰ 'ਚ ਦਰਦ, ਲੱਤਾਂ 'ਚ ਸੋਜ ਜਾਂ ਭੁੱਖ ਨਾ ਲੱਗਣਾ, ਵਜ਼ਨ ਦਾ ਘੱਟ ਹੋਣਾ, ਜਾਂ ਜੇ ਮੈਂ ਕਹਾਂ ਕਿ ਇਹ ਬੱਚੇਦਾਨੀ ਤੋਂ ਪਿਸ਼ਾਬ ਦੇ ਰਸਤੇ 'ਤੇ ਚਲਾ ਜਾਂਦਾ ਹੈ ਤਾਂ ਪਿਸ਼ਾਬ 'ਚ ਖੂਨ ਆ ਸਕਦਾ ਹੈ, ਪਿਸ਼ਾਬ 'ਚ ਕੋਈ ਤਕਲੀਫ ਹੋ ਸਕਦੀ ਹੈ। ਇੱਦਾਂ ਦੇ ਸਿੰਪਟਮਸ ਅਗਰ ਕਿਸੇ ਨੂੰ ਹੁੰਦੇ ਹਨ ਤਾਂ ਇਹ ਇੰਡੀਕੇਟ ਕਰਦੇ ਨੇ, ਸਾਨੂੰ ਦੱਸਦੇ ਨੇ ਕਿ ਸ਼ਾਇਦ ਇਹ ਲੱਛਣ ਕੈਂਸਰ ਸਰਵਿਕਸ ਦੇ ਹੋ ਸਕਦੇ ਨੇ। ਬਿਲਕੁਲ ਇੱਥੇ ਗੌਰ ਕਰਨ ਵਾਲੀ ਗੱਲ ਜਿਹੜੀ ਹੈ ਉਹ ਇਹ ਵੀ ਹੈ ਕਿ ਜਦੋਂ ਤੁਹਾਨੂੰ ਇਹ ਸਮੱਸਿਆ ਆ ਰਹੀ ਹੈ ਉਸ ਬਾਰੇ ਗੱਲ ਕਰਨ ਤੋਂ ਗੁਰੇਜ਼ ਨਾ ਕਰੋ, ਸਹੀ ਸਮੇਂ ਤੇ ਸਹੀ ਡਾਕਟਰ ਤੋਂ ਜ਼ਰੂਰ ਇਸ ਦੀ ਜਾਂਚ ਜਿਹੜੀ ਹੈ ਉਹ ਕਰਵਾਓ, ਕਿਉਂਕਿ ਇਸ ਦੀ ਰੋਕਥਾਮ ਹੋ ਸਕਦੀ ਹੈ। ਇੱਥੇ ਵੇਲਾ ਮੈਮ ਸਰ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ, ਬ੍ਰੇਕ ਤੋਂ ਬਾਅਦ ਅਸੀਂ ਬੱਚੇਦਾਨੀ ਦੇ ਕੈਂਸਰ ਦੀ ਜਾਂਚ ਜਿਹੜੀ ਹੈ ਉਹ ਕਿਵੇਂ ਕੀਤੀ ਜਾਂਦੀ ਹੈ ਤੇ ਸਕਰੀਨਿੰਗ ਟੈਸਟ ਦਾ ਇਸ ਵਿੱਚ ਕੀ ਮਹੱਤਵ ਹੈ ਉਸ ਬਾਰੇ ਵੀ ਗੱਲ ਕਰਾਂਗੇ, ਬਸ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖਦੇ ਰਹੋ ਡਾਕਟਰਸ ਸਪੀਕ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ, ਤੁਸੀਂ ਵੇਖ ਰਹੇ ਹੋ ਡਾਕਟਰ ਸਪੀਕ ਤੇ ਅੱਜ ਅਸੀਂ ਚਰਚਾ ਕਰ ਰਹੇ ਹਾਂ ਬੱਚੇਦਾਨੀ ਦੇ ਕੈਂਸਰ ਬਾਰੇ ਤੇ ਸਾਡੇ ਨਾਲ ਕੈਪੀਟਲ ਹਸਪੀਟਲ ਜਲੰਧਰ ਤੋਂ ਨੇ ਡਾਕਟਰ ਹਿਮਾਂਸ਼ੂ ਸ਼੍ਰੀਵਾਸਤਵ ਅਤੇ ਡਾਕਟਰ ਪ੍ਰੀਤੀ ਨੇਗੀ। ਤੇ ਮੈਮ ਔਰ ਸਰ ਨੇ ਬਹੁਤ ਵਿਸਤਾਰਪੂਰਵਕ ਹੁਣ ਤੱਕ ਜਾਣਕਾਰੀ ਜਿਹੜੀ ਉਹ ਦਿੱਤੀ ਹੈ। ਸਰ ਇੱਥੇ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ ਕਿ ਬੱਚੇਦਾਨੀ ਦੇ ਕੈਂਸਰ ਦੀ ਜਿਹੜੀ ਜਾਂਚ ਹੈ वो जांच किमें की जाती है? डॉक्टर प्रीति ने बहुत अच्छे से डिटेल में हमें सारे लक्षण बताए कि अगर किसी को बच्चेदानी के मुंह का कैंसर हो सकता है तो क्या क्या लक्षण होंगे। तो अगर ऐसे कुछ भी लक्षण होते हैं तो आपको अपने कैंसर स्पेशलिस्ट से ज़रूर मिलना चाहिए। कैंसर स्पेशलिस्ट मिलके आपसे सिर्फ पहले बातें करेगा, जिसे हम हिस्ट्री टेकिंग कहते हैं। जो सारे लक्षण हैं उसको डिटेल में आपसे पूछेगा और उसके बाद अगर उसको शक होता है तो वो आपका एक बार पूरी बॉडी का एग्जामिनेशन करेगा, बच्चेदानी का एग्जामिनेशन करेगा, पूरे शरीर में कहीं गांठें तो नहीं है इसका एग्जामिनेशन करेगा। और ऐसे जब केसेस हम देखते हैं तो 50% केसेस में हमें लगता है कि जी सिर्फ इन्फेक्शन था, कैंसर वाली कोई बात नहीं थी, आपको एंटीबायोटिक्स और पैप्समियर करके आपको घर भेज देंगे। पर अगर हिस्ट्री और फिजिकल एग्जामिनेशन करने के बाद अगर डॉक्टर को भी ये शक लगता है कि शायद ये कैंसर हो सकता है तो फिर हम उसकी आगे जांच करते हैं। जांच में सबसे पहले होता है स्कैनिंग, जिसमें आपकी सीटी स्कैन या एमआरआई स्कैन या पेट सीटी स्कैन, तो इस तरह के स्कैन करके पूरी बॉडी में हम देखते हैं कि अंदर कोई रसौली, कोई मांस या कोई कैंसर जैसा कुछ है कि नहीं है। अगर स्कैन में ऐसी कोई रसौली या मांस दिखता है तो फिर हम
बायोप्सी करते हैं। मैं फिर से एक बड़ी इंपॉर्टेंट चीज़ आपको बोलना चाहूँगा कि बायोप्सी करने से, सुई की जांच करने से कैंसर नहीं फैलता है। ये बहुत इंपॉर्टेंट टेस्ट है जिससे क्लियर होता है कि हाँ जी कंफर्म है कैंसर है कि नहीं है, कैंसर अगर है तो किस टाइप का कैंसर है। ਬਿਲਕੁਲ ਕਿਉਂਕਿ ਜ਼ਿਆਦਾਤਰ ਵੇਖਿਆ ਹੈ ਕਈ ਵਾਰੀ ਪੇਸ਼ੈਂਟ ਨੇ ਜਿਵੇਂ ਤੁਸੀਂ ਕਿਹਾ ਕਿ ਜਾਂਚ ਕਰਵਾਈ ਔਰ ਉਸ ਤੋਂ ਬਾਅਦ ਉਹਨੂੰ ਅੱਗੇ ਇਲਾਜ ਜਿਹੜਾ ਉਹ ਕਿਵੇਂ ਇਸ ਦਾ ਕੀਤਾ ਜਾਣਾ ਉਸ ਬਾਬਤ ਜੇ ਪ੍ਰੋਪਰਲੀ ਸਮਝਾਇਆ ਜਾਏ, ਉਸ ਦੀ ਸ਼ੱਕ ਸ਼ੁਬਾ, ਉਸ ਦਾ ਡਰ ਦੂਰ ਕੀਤਾ ਜਾਏ ਤੇ ਇਲਾਜ ਹੋਰ ਸੁਖਾਲਾ ਹੋ ਜਾਂਦਾ ਹੈ। ਅੱਗੇ ਇਲਾਜ ਕਿਵੇਂ ਰਹਿੰਦਾ ਫਿਰ? जी, जो कैंसर का इलाज है वो सारा कुछ डिपेंड करता है स्टेज पर, क्या इलाज होना है और कैसा आउटकम आना है। ये सारा कुछ डिपेंड करता है कि पेशेंट किस स्टेज पे डॉक्टर के पास प्रेजेंट कर रहा है। अगर अर्ली स्टेज या स्टेज 1 में पेशेंट प्रेजेंट करता है तो बहुत अच्छी बात है, क्योंकि 90% चांस है कि वो पेशेंट बिल्कुल ठीक हो जाएगा। स्टेज 1 का जो मेन ट्रीटमेंट है वो सर्जरी है। तो ऐसे सारे पेशेंट्स को हमारे हॉस्पिटल में हम अपने ऑन्को सर्जन के पास भेजते हैं और वो सर्जरी करते हैं। सर्जरी के बाद कुछ केसेस में अगर हमें हिस्टोपैथोलॉजी रिपोर्ट में कुछ हाई रिस्क केसेस मिलते हैं तो सर्जरी के बाद हम कीमोथेरेपी या रेडिएशन थेरेपी देते हैं। स्टेज 2, स्टेज 3 और अर्ली स्टेज 4A में रेडिएशन और कीमोथेरेपी मेन ट्रीटमेंट है। जहाँ तक रेडिएशन की बात है, 5 हफ्ते का रेडिएशन देते हैं पेशेंट को। हर हफ्ते 5 दिन, सिर्फ 5 से 10 मिनट उसका इलाज होता है और उसके बाद वो घर चला जाता है। इसी 5 दिन में हम 1 दिन उसकी कीमोथेरेपी करते हैं। तो ये उसका 5 हफ्ते का ट्रीटमेंट होता है और उसके बाद उसको 1 हफ्ते के बाद हम फिर से एसेस करते हैं कैसा रिस्पॉन्स आया है और उसके बाद एक स्पेशल इंटरनल रेडिएशन का ट्रीटमेंट होता है जिसे ब्रेकीथेरेपी कहते हैं। तो उसको हम हफ्ते में 1 बार 3 हफ्ते तक उसकी हम ब्रेकीथेरेपी करते हैं। और अगर कैंसर बॉडी में फैल गया है तो फिर उसका जो मेन स्टे ऑफ ट्रीटमेंट है वो है कीमोथेरेपी, इम्यूनोथेरेपी या टारगेटेड थेरेपी। ਬਿਲਕੁਲ ਇੱਥੇ ਡਾਕਟਰ ਪ੍ਰੀਤੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਸਕਰੀਨਿੰਗ ਟੈਸਟ ਬਾਰ-ਬਾਰ ਇਸ ਸ਼ਬਦ ਦਾ ਜ਼ਿਕਰ ਵੀ ਹੁੰਦਾ ਹੈ, ਇਹ ਕਿੰਨਾ ਮਹੱਤਵਪੂਰਨ ਰਹਿੰਦਾ ਹੈ ਬੱਚੇਦਾਨੀ ਦਾ ਕੈਂਸਰ ਡਿਟੈਕਟ ਕਰਨ ਵਿੱਚ? ਸਰਵਾਈਕਲ ਕੈਂਸਰ ਜਿਹੜਾ ਹੈ ਇਹਦੀ ਚੰਗੀ ਗੱਲ ਇਹ ਹੈ ਕਿ ਇਹ ਇੱਕ ਪ੍ਰੀਵੈਂਟੇਬਲ ਕੈਂਸਰ ਹੈ। ਪ੍ਰੀਵੈਂਟੇਬਲ ਕੈਂਸਰ ਦਾ ਮਤਲਬ ਹੁੰਦਾ ਹੈ ਕਿ ਅਸੀਂ ਇਹਨੂੰ ਹੋਣ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਾਂ। ਇਹ ਬਹੁਤ ਹੀ ਚੰਗੀ ਗੱਲ ਹੈ। ਇਸ ਨੂੰ ਅਸੀਂ ਜੇ ਨਹੀਂ ਚਾਹੁੰਦੇ ਕਿ ਸਾਨੂੰ ਇਹ ਹੋਏ, ਉਸ ਲਈ ਅਸੀਂ ਇੱਕ ਸਕਰੀਨਿੰਗ ਕਰਾ ਸਕਦੇ ਹਾਂ ਤੇ ਦੂਜਾ ਵੈਕਸੀਨੇਸ਼ਨ ਹੁੰਦਾ ਹੈ। ਜੇ ਮੈਂ ਸਕਰੀਨਿੰਗ ਦੀ ਗੱਲ ਕਰਾਂ, ਸਕਰੀਨਿੰਗ ਦਾ ਮਤਲਬ ਹੈ ਕਿ ਅਸੀਂ ਕੁਝ ਇਦਾਂ ਦੇ ਟੈਸਟ ਕਰਕੇ ਦੇਖ ਰਹੇ ਹਾਂ, ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਬੱਚੇਦਾਨੀ ਦਾ ਮੂੰਹ ਹੈ ਉੱਥੇ ਕੋਈ ਚੇਂਜਸ ਤਾਂ ਨਹੀਂ ਆ ਰਹੇ, ਕੋਈ ਇਦਾਂ ਦੇ ਬਦਲਾਅ ਤਾਂ ਨਹੀਂ ਆ ਰਹੇ ਜਿਹੜੇ ਕਿ ਬਾਅਦ 'ਚ ਜਾ ਕੇ ਕੈਂਸਰ ਸਰਵਿਕਸ ਕਰ ਸਕਣ। ਪਰ ਤੁਹਾਨੂੰ ਕੋਈ ਸਿੰਪਟਮ ਨਹੀਂ ਹੈ, ਤੁਹਾਨੂੰ ਕੋਈ ਤਕਲੀਫ ਨਹੀਂ ਹੈ ਜਦ ਅਸੀਂ ਟੈਸਟ ਕਰ ਰਹੇ ਹਾਂ। ਇਹਦੇ ਲਈ ਸਾਡੇ ਕੋਲ ਇੱਕ ਪੈਪਸਮੀਅਰ ਟੈਸਟ ਹੁੰਦਾ ਹੈ ਤੇ ਦੂਜਾ HPV DNA ਟੈਸਟ ਹੁੰਦਾ ਹੈ। ਜੇ ਮੈਂ ਪੈਪਸਮੀਅਰ ਟੈਸਟ ਦੀ ਗੱਲ ਕਰਾਂ ਤਾਂ ਇਸ 'ਚ ਬੱਚੇਦਾਨੀ ਦਾ ਜਿਹੜਾ ਮੂੰਹ ਹੈ ਉੱਥੋਂ ਕੁਝ ਸੈੱਲਸ ਲਿੱਤੇ ਜਾਂਦੇ ਨੇ ਤੇ ਉਹਨਾਂ ਨੂੰ ਮਾਈਕਰੋਸਕੋਪ ਦੇ ਥੱਲੇ ਦੇਖਿਆ ਜਾਂਦਾ ਹੈ। ਕਿਹੜੀ ਲੇਡੀਜ਼ ਇਹ ਟੈਸਟ ਕਰਾ ਸਕਦੀਆਂ ਨੇ? ਤਾਂ ਕੋਈ ਵੀ ਲੇਡੀ ਜਿਹਦੀ ਉਮਰ 21 ਸਾਲ ਤੋਂ ਜ਼ਿਆਦਾ ਹੈ ਉਹ ਇਹ ਟੈਸਟ ਕਰਵਾ ਸਕਦੀ ਹੈ। ਜੇ ਤੁਸੀਂ ਇਹ ਟੈਸਟ ਇੱਕ ਵਾਰ ਕਰਾ ਲਿਆ, ਉਹਦੇ ਬਾਅਦ ਤੁਹਾਨੂੰ ਇਹ ਟੈਸਟ 3 ਸਾਲ ਬਾਅਦ ਕਰਾਉਣਾ ਹੁੰਦਾ ਹੈ। ਪਰ ਜੇ ਤੁਸੀਂ ਹਾਈ ਰਿਸਕ ਗਰੁੱਪ 'ਚ ਆਉਂਦੇ ਹੋ, ਜਿਹੜੇ ਮੈਂ ਰਿਸਕ ਫੈਕਟਰਸ ਦੱਸੇ ਸੀ, ਜਿਹੜੇ ਮੈਂ ਦੱਸਿਆ ਸੀ ਕਿਹੜੀ ਲੇਡੀਜ਼ ਨੇ ਜਿਨ੍ਹਾਂ ਨੂੰ ਇਹ ਹੋਣ ਦਾ ਰਿਸਕ ਜ਼ਿਆਦਾ ਹੁੰਦਾ ਹੈ, ਉਹਨਾਂ ਨੂੰ ਇਹ ਸਾਲ 'ਚ ਇੱਕ ਵਾਰ ਜ਼ਰੂਰ ਕਰਾ ਲੈਣਾ ਚਾਹੀਦਾ ਹੈ। ਇਹ ਟੈਸਟ ਜੇ ਨਾਰਮਲ ਆਉਂਦਾ ਹੈ ਤਾਂ ਅੱਗੇ ਬਾਅਦ 'ਚ ਸਾਨੂੰ ਕੁਝ ਹੋਰ ਕਰਨ ਦੀ ਲੋੜ ਨਹੀਂ ਹੁੰਦੀ ਹੈ। ਪਰ ਜੇ ਇਹ ਠੀਕ ਨਹੀਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਵਾਰ ਬਾਇਓਪਸੀ ਕਰਾਉਣੀ ਪੈਂਦੀ ਹੈ, ਜਿਹੜੇ ਕਿ ਸਰ ਨੇ ਵੀ ਕਿਹਾ। ਉਹ ਬਾਇਓਪਸੀ ਮਤਲਬ ਇੱਕ ਛੋਟਾ ਜਿਹਾ ਟੁਕੜਾ ਲੈਣਾ ਹੁੰਦਾ ਹੈ। ਪੈਪਸਮੀਅਰ ਟੈਸਟ ਨਾਲ ਡਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਇਹ ਸਿਰਫ ਇੱਕ ਮਾੜਾ ਜਿਹਾ ਇੱਕ ਬ੍ਰਸ਼ ਹੁੰਦਾ ਹੈ ਜਾਂ ਇੱਕ ਲੱਕੜ ਦਾ ਸਪੈਚੂਲਾ ਜਿਹਾ ਹੁੰਦਾ ਹੈ, ਉਹਦੇ ਨਾਲ ਅਸੀਂ ਇਹ ਟੈਸਟ ਕਰਦੇ ਹਾਂ। ਇਹ 'ਚ ਕੋਈ ਦਰਦ ਨਹੀਂ ਹੁੰਦਾ ਹੈ, ਕੋਈ ਇੱਦਾਂ ਦੀ ਤਕਲੀਫ ਨਹੀਂ ਹੁੰਦੀ ਹੈ ਜਿਸ ਕਰਕੇ ਤੁਹਾਨੂੰ ਇਹਦੇ ਨਾਲ ਡਰਨ ਦੀ ਲੋੜ ਹੈ। ਜਿਹੜਾ ਪੈਪਸਮੀਅਰ ਹੈ ਇਹ ਸਾਨੂੰ ਬਹੁਤ ਛੇਤੀ ਦੱਸ ਦਿੰਦਾ ਹੈ ਜੇ ਸਰਵਾਈਕਲ ਕੈਂਸਰ ਦੇ ਕੋਈ ਚੇਂਜਸ ਆ ਰਹੇ ਨੇ। ਈਵਨ ਕਹਿੰਦੇ ਨੇ ਕਿ ਸਾਨੂੰ 5-10 ਸਾਲ ਪਹਿਲਾਂ ਪਤਾ ਲੱਗ ਜਾਂਦਾ ਹੈ ਕਿ ਹੁਣ ਸਰਵਾਈਕਲ ਕੈਂਸਰ ਦੇ ਚੇਂਜਸ ਆ ਰਹੇ ਨੇ, ਜਿਹੜੇ ਕਿ ਹੌਲੀ-ਹੌਲੀ ਕਰਕੇ ਕੈਂਸਰ 'ਚ ਬਦਲਣਗੇ। ਤਾਂ ਅਸੀਂ ਜੇ ਪਹਿਲਾਂ ਹੀ ਪਤਾ ਕਰ ਲਈਏ, ਸਾਨੂੰ ਰਿਪੋਰਟ ਪਤਾ ਲੱਗ ਗਈ ਕਿ ਠੀਕ ਨਹੀਂ ਆ ਰਹੀ ਹੈ, ਤਾਂ ਅਸੀਂ ਉਸੇ ਟਾਈਮ ਇਲਾਜ ਸ਼ੁਰੂ ਕਰਾਂਗੇ। ਜਿਹੜਾ ਵੀ ਇਲਾਜ ਉਸ ਟਾਈਮ ਸਹੀ ਹੋਏਗਾ ਉਹ ਇਲਾਜ ਸ਼ੁਰੂ ਕੀਤਾ ਜਾਏ। ਤੇ ਕੈਂਸਰ 'ਚ ਜਿਵੇਂ ਕਹਿੰਦੇ ਹਨ ਜਿੰਨਾ ਛੇਤੀ ਫੜ ਲਿਆ ਗਿਆ ਉਨਾ ਚੰਗਾ ਇਲਾਜ ਕੀਤਾ ਜਾ ਸਕਦਾ ਹੈ।
ਤੇ ਜੇ ਅਰਲੀ ਸਟੇਜ 'ਚ ਅਸੀਂ ਕੈਂਸਰ ਫੜ ਲਾਂਗੇ ਤਾਂ ਉਹਦਾ ਬਹੁਤ ਚੰਗਾ ਇਲਾਜ ਕੀਤਾ ਜਾ ਸਕਦਾ ਹੈ। ਜਿਹੜੀ ਵੀ ਲੇਡੀਜ਼ ਇਹ ਪ੍ਰੋਗਰਾਮ ਦੇਖ ਰਹੀਆਂ ਨੇ, ਮੇਰੀ ਉਹਨਾਂ ਤੋਂ ਰਿਕੁਐਸਟ ਹੈ ਕਿ ਉਹ ਇੱਕ ਵਾਰ ਜਾ ਕੇ ਆਪਣਾ ਪੈਪ ਸਮੀਅਰ ਟੈਸਟ ਜ਼ਰੂਰ ਕਰਾਉਣ। ਇਸ ਤੋਂ ਇਲਾਵਾ ਸਾਡੇ ਕੋਲ HPV DNA ਟੈਸਟ ਵੀ ਹੈ, ਜਿਹੜਾ ਵੀ ਸੇਮ ਤਰੀਕੇ ਨਾਲ ਕੀਤਾ ਜਾਂਦਾ ਹੈ ਜਿਵੇਂ ਕਿ ਪੈਪ ਸਮੀਅਰ ਕੀਤਾ ਜਾਂਦਾ ਹੈ। ਇਹ ਟੈਸਟ 30 ਸਾਲ ਦੀ ਉਮਰ ਦੇ ਬਾਅਦ ਕੋਈ ਵੀ ਲੇਡੀ ਕਰਵਾ ਸਕਦੀ ਹੈ ਤੇ ਇਹਨੂੰ ਰਿਪੀਟ ਕਰਨ ਦੀ, ਦੁਬਾਰਾ ਕਰਨ ਦੀ ਲੋੜ 5 ਸਾਲ ਬਾਅਦ ਹੀ ਪੈਂਦੀ ਹੈ ਜੇ ਇਹ ਨਾਰਮਲ ਹੁੰਦਾ ਹੈ। ਇੱਕ ਮੈਂ ਬੜੀ ਚੰਗੀ ਗੱਲ ਵੀ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਇੱਕ ਅੱਜਕੱਲ HPV ਕਿੱਟ ਵੀ ਆਂਦੀ ਹੈ। ਇਸ ਦਾ ਮਤਲਬ ਹੈ ਕਿ ਲੇਡੀ ਆਪਣੇ ਆਪ ਘਰੇ ਬੈਠ ਕੇ ਆਪਣੇ ਆਪ ਆਪਣਾ ਟੈਸਟ ਕਰ ਸਕਦੀ ਹੈ ਤੇ ਫਿਰ ਉਹ ਹਸਪੀਟਲ 'ਚ ਭੇਜ ਦੇਗੀ ਤੇ ਉਹਦੀ ਰਿਪੋਰਟ ਉਹਦੇ ਘਰ ਆ ਜਾਏਗੀ। ਤਾਂ ਇਹ ਇੱਕ ਈਜ਼ੀ ਤਰੀਕਾ ਹੈ ਆਪਣੇ ਆਪ ਨੂੰ ਸਕਰੀਨ ਕਰਨ ਦਾ ਕਿ ਤੁਹਾਨੂੰ ਸਰਵਾਈਕਲ ਕੈਂਸਰ ਦੇ ਕੋਈ ਚੇਂਜਸ, ਕੋਈ ਬਦਲਾਅ ਤਾਂ ਨਹੀਂ ਆ ਰਹੇ ਹਨ। ਤਾਂ ਇਹ 2 ਟੈਸਟ ਸਾਡੇ ਲਈ ਬਹੁਤ ਹੈਲਪਫੁਲ ਰਹਿੰਦੇ ਨੇ। ਬਿਲਕੁਲ, ਜਿਵੇਂ ਕਿ ਕਹਿੰਦੇ ਕਿ ਪ੍ਰੀਵੈਂਸ਼ਨ ਇਜ਼ ਆਲਵੇਜ਼ ਬੈਟਰ ਦੈਨ ਕਿਉਰ। ਇਹ ਤਾਂ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਅਸੀਂ ਸਕਰੀਨਿੰਗ ਪਹਿਲੇ ਹੀ ਕਰਾ ਲਈਏ, ਸਕਰੀਨਿੰਗ ਟੈਸਟ ਅਸੀਂ ਪਹਿਲੇ ਕਰਾ ਲਈਏ ਤੇ ਹੋ ਸਕਦਾ ਹੈ ਕਿ ਜੇ ਸਾਨੂੰ ਹੋਣ ਵੀ ਵਾਲਾ ਹੋਏ ਕੈਂਸਰ, ਉਸ ਦਾ ਇਲਾਜ ਸਹੀ ਸਮੇਂ ਤੇ ਸ਼ੁਰੂ ਹੋ ਜਾਏ। ਪਰ ਮੈਡੀਕਲ ਫੀਲਡ ਦੇ ਵਿੱਚ ਬੱਚੇਦਾਨੀ ਦੇ ਕੈਂਸਰ ਨੂੰ ਲੈ ਕੇ ਕਿਹੜੀ ਐਡਵਾਂਸਮੈਂਟਸ ਹੋਈਆਂ ਨੇ, ਉਸ ਬਾਰੇ ਵੀ ਅਸੀਂ ਗੱਲ ਕਰਾਂਗੇ ਬਸ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖਦੇ ਰਹੋ ਡਾਕਟਰਸ ਸਪੀਕ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਡਾਕਟਰ ਸਪੀਕ ਤੇ ਅੱਜ ਅਸੀਂ ਚਰਚਾ ਕਰ ਰਹੇ ਹਾਂ ਬੱਚੇਦਾਨੀ ਤੇ ਕੈਂਸਰ ਬਾਰੇ ਤੇ ਸਾਡੇ ਨਾਲ ਕੈਪੀਟਲ ਹਸਪੀਟਲ ਜਲੰਧਰ ਤੋਂ ਨੇ ਡਾਕਟਰ ਹਿਮਾਂਸ਼ੂ ਸ਼੍ਰੀਵਾਸਤਵ ਅਤੇ ਡਾਕਟਰ ਪ੍ਰੀਤੀ ਨੇਗੀ। ਹੁਣ ਤੱਕ ਬਹੁਤ ਵਿਸਤਾਰਪੂਰਵਕ ਜਿਹੜੀ ਜਾਣਕਾਰੀ ਇਸ ਬਾਬਤ ਤੁਹਾਨੂੰ ਦਿੱਤੀ ਗਈ ਹੈ। ਇੱਥੇ ਐਡਵਾਂਸਮੈਂਟਸ ਦੀ ਜੇ ਗੱਲ ਕਰੀਏ ਡਾਕਟਰ ਹਿਮਾਂਸ਼ੂ, ਹੁਣ ਤੱਕ ਇਸ ਕੈਂਸਰ ਬਾਬਤ ਕਿਹੜੀ ਐਡਵਾंसमेंट ਜਿਹੜੀਆਂ ਨੇ ਮੈਡੀਕल फील्ड ਦੇ ਵਿੱਚ ਵੇਖਣ ਨੂੰ ਮਿਲੀਆਂ ਨੇ? आज से 10-20 साल पहले की बात करें तो हम लैंडलाइन यूज़ करते थे, आज हम स्मार्टफोन यूज़ कर रहे हैं। तो इन द सेम वे कैंसर ट्रीटमेंट में भी बहुत एडवांसेस आए हैं। जैसे आज स्कैन करने के लिए, कैंसर को स्कैन करने के लिए हम सिर्फ एक्सरे या सीटी का यूज़ नहीं करते, हम होल बॉडी पेट सीटी स्कैन करते हैं, जिसमें 0.5 सेंटीमीटर से कोई भी बड़ा कैंसर अगर पूरी बॉडी में है तो वो डिटेक्ट हो सकता है। इसी तरह से अगर मैं बात करूं सुई की जांच की, तो अभी सिर्फ हम बायोप्सी नहीं करते हैं, बायोप्सी लेने के बाद उसको माइक्रोस्कोप में स्टडी करने के बाद साथ में उसकी मॉलिक्यूलर बायोमार्किंग करते हैं, साथ में इम्यूनोहिस्टोकेमिस्ट्री करते हैं, जिससे क्लियर होता है कि वो कैंसर किस टाइप का है, कितना एग्रेसिव है, कौन सी दवा उसमें फ़ायदा करेगी। अगर मैं सर्जरी की बात करूं तो एट प्रेजेंट हम रोबोटिक सर्जरी, लेप्रोस्कोपिक सर्जरी की बात कर रहे हैं एज़ कम्पेयर टू ओपन सर्जरीज। अगर मैं रेडिएशन की बात करूं तो अब जो रेडिएशन का ट्रीटमेंट है वो हाई एंड लीनियर एसिलेटर के साथ होता है, जिसमें बहुत सारी अच्छी टेक्निक्स आ गई हैं, जैसे कि इंटेंसिटी मॉड्यूलेटेड रेडिएशन थेरेपी, इमेज गाइडेड रेडिएशन थेरेपी, वॉल्यूमेट्रिक आर्क थेरेपी, रैपिड आर्क थेरेपी, SPRT स्टीरियोटैक्टिक बॉडी रेडिएशन थेरेपी। तो इन सारी टेक्निक और हाई एंड लीनियर एसिलेटर से जब हम कैंसर का ट्रीटमेंट करते हैं तो वो बहुत ही प्रिसाइज होता है, साइड इफ़ेक्ट्स कम होते हैं और पेशेंट आराम से उसको टॉलरेट कर लेता है और रिजल्ट्स भी बहुत अच्छे आते हैं। अगर मैं कीमोथेरेपी की बात करूं तो अब के ज़माने में कीमोथेरेपी के एक स्टेप आगे टारगेटेड थेरेपी और इम्यूनोथेरेपीज़ हम यूज़ कर रहे हैं, जिनके साइड इफ़ेक्ट्स कम होते हैं और रिजल्ट्स भी काफ़ी अच्छे होते हैं। ਬਿਲਕੁਲ, ਜਿਵੇਂ ਡਾਕਟਰ ਸਾਹਿਬ ਨੇ ਡਿਟੇਲ 'ਚ ਦੱਸਿਆ, ਤੁਹਾਨੂੰ ਘਬਰਾਉਣ ਦੀ ਜਾਂ ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਇਹਨਾਂ ਟੈਕਨੀਕਲ ਐਡਵਾਂਸਮੈਂਟਸ ਦੇ ਕਾਰਨ ਜਿਹੜਾ ਹੈ ਉਹ ਇਲਾਜ ਵੀ ਬਿਲਕੁਲ ਪੁਖਤਾ ਤਰੀਕੇ ਨਾਲ ਤੁਹਾਡਾ ਕੀਤਾ ਜਾਂਦਾ ਹੈ। ਇੱਥੇ ਮੈਮ ਇਹ ਵੀ ਜਾਣਨਾ ਚਾਹਾਂਗਾ, ਤੁਸੀਂ ਵੈਕਸੀਨ ਦਾ ਜ਼ਿਕਰ ਕੀਤਾ ਸੀ, ਇਸ ਨੂੰ ਲੈ ਕੇ ਕੋਈ ਵੈਕਸੀਨ ਵੀ ਅਵੇਲੇਬਲ ਹੈ? ਹਾਂਜੀ ਬਿਲकुल। ਮੈਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਕਿ ਵੈਕਸੀਨੇਸ਼ਨ ਦਾ ਕੀ ਮਤਲਬ ਹੈ। ਵੈਕਸੀਨੇਸ਼ਨ ਦਾ ਮਤਲਬ ਹੈ ਕਿ ਕੁਝ ਇੱਦਾਂ ਦੇ ਇੰਜੈਕਸ਼ਨ ਲਗਾਏ ਜਾਂਦੇ ਨੇ ਜਿਹਦੇ ਕਰਕੇ ਅਸੀਂ ਸਰਵਾਈਕਲ ਕੈਂਸਰ ਹੋਣ ਤੋਂ ਆਪਣੇ ਆਪ ਨੂੰ ਬਚਾ ਸਕੀਏ। ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਸਰਵਾਈਕਲ ਕੈਂਸਰ ਸਾਨੂੰ HPV 16 ਤੇ 18 ਦੇ ਕਾਰਨ ਹੁੰਦਾ ਹੈ, ਤਾਂ ਸਾਡੇ ਕੋਲ ਹੁਣ HPV ਵੈਕਸੀਨ ਵੀ ਹੈ। HPV ਵੈਕਸੀਨ ਸਾਨੂੰ ਇਸ ਤੋਂ ਬਚਾਉਂਦੀ ਹੈ ਕਿ ਸਾਨੂੰ HPV ਇਨਫੈਕਸ਼ਨ ਨਾ ਹੋਵੇ। ਤਕਰੀਬਨ 90% ਤੋਂ ਜ਼ਿਆਦਾ ਸਰਵਾਈਕਲ ਕੈਂਸਰ ਜਿਹੜਾ ਹੈ ਉਹ HPV ਦੇ ਕਾਰਨ ਹੀ ਹੁੰਦਾ ਹੈ। ਤਾਂ ਜੇ ਅਸੀਂ ਇਹਨੂੰ ਹੀ ਰੋਕ ਲਾਂਗੇ ਵੈਕਸੀਨ ਨਾਲ ਤਾਂ ਇਹ ਕੈਂਸਰ ਵੀ ਨਹੀਂ ਹੋਏਗਾ। ਤੇ ਇਸ ਦੀ ਜੇ ਮੈਂ ਗੱਲ ਕਰਾਂ ਕਿ ਕਿਹੜੀ ਲੇਡੀਜ਼ ਹਨ ਜਿਹੜੇ ਕਿ ਇਹ ਲਗਵਾ ਸਕਦੀਆਂ ਨੇ, ਇਹ 9 ਸਾਲ ਤੋਂ ਲੈ ਕੇ 45 ਸਾਲ ਦੀ ਕੋਈ ਵੀ ਲੇਡੀ ਲਗਵਾ ਸਕਦੀ ਹੈ। ਜਿੰਨਾ ਛੇਤੀ ਜੇ ਸੈਕਸ਼ੂਅਲ ਐਕਟੀਵਿਟੀ ਸ਼ੁਰੂ ਹੋਣ ਤੋਂ ਜਿੰਨਾ ਛੇਤੀ ਇਹ ਛੋਟੀ ਉਮਰ 'ਚ ਇਹ ਲਗਾ ਲਿਆ ਜਾਏ ਉਨਾ ਜ਼ਿਆਦਾ ਇਹ ਇਫੈਕਟਿਵ ਹੁੰਦੀ ਹੈ, ਉਨਾ ਜ਼ਿਆਦਾ ਇਹਦਾ ਅਸਰ ਆਉਂਦਾ ਹੈ।
ਪਰ ਜੇ ਤੁਹਾਡੀ ਸੈਕਸ਼ੂਅਲ ਐਕਟੀਵਿਟੀ ਸ਼ੁਰੂ ਹੋ ਚੁੱਕੀ ਹੈ ਤਾਂ ਵੀ ਇਹ ਇੰਜੈਕਸ਼ਨ ਲਗਵਾਇਆ ਜਾ ਸਕਦਾ ਹੈ 45 ਸਾਲ ਦੀ ਉਮਰ ਤੱਕ। ਇਹਦੇ ਕੋਈ ਵੀ ਇਦਾਂ ਦੇ ਸਾਈਡ ਇਫੈਕਟ ਨਹੀਂ ਹੈ ਜਿਹੜੇ ਕਿ ਸਾਨੂੰ ਇਹ ਸੋਚਣਾ ਪਏ ਕਿ ਇਹ ਲਗਵਾਈ ਜਾਏ ਕਿ ਨਾ ਲਗਵਾਈ ਜਾਏ। ਜੇ ਮੈਂ ਇਹਦੀ ਡੋਜ਼ਿਸ ਦੀ ਗੱਲ ਕਰਾਂ ਕਿ ਕਿੰਨੀ ਵਾਰੀ ਤੁਹਾਨੂੰ ਇਹ ਲਗਵਾਉਣੀ ਹੈ, ਤਾਂ ਜੇ ਉਮਰ ਕੁੜੀ ਦੀ ਉਮਰ 9 ਤੋਂ ਲੈ ਕੇ 14 ਸਾਲ ਤੱਕ ਦੀ ਹੈ ਤਾਂ ਇਹਦੇ 2 ਇੰਜੈਕਸ਼ਨ ਲਗਾਏ ਜਾਂਦੇ ਨੇ। ਜਦ ਤੁਸੀਂ ਪਹਿਲੀ ਵਾਰ ਹਸਪੀਟਲ ਜਾਓਗੇ ਤਾਂ ਪਹਿਲਾ ਇੰਜੈਕਸ਼ਨ ਲੱਗੇਗਾ ਤੇ 6 ਮਹੀਨੇ ਬਾਅਦ ਦੂਜਾ ਇੰਜੈਕਸ਼ਨ ਲੱਗੇਗਾ। ਜੇ ਤੁਹਾਡੀ ਉਮਰ 15 ਸਾਲ ਤੋਂ ਉੱਤੇ ਹੈ ਤਾਂ ਤੁਹਾਨੂੰ 3 ਇੰਜੈਕਸ਼ਨ ਲਗਾਏ ਜਾਣਗੇ। ਇੱਕ ਜਦ ਤੁਸੀਂ ਪਹਿਲੀ ਵਾਰ ਹਸਪੀਟਲ ਗਏ ਤੇ ਦੂਜਾ ਪਹਿਲੇ ਮਹੀਨੇ ਤੇ ਤੀਜਾ 6ਵੇਂ ਮਹੀਨੇ ਤੇ ਲੱਗੇਗਾ। ਤਾਂ ਇਦਾਂ ਕਰਕੇ ਇਹ ਇੰਜੈਕਸ਼ਨ ਲਗਾਏ ਜਾਂਦੇ ਨੇ। ਇਹ ਜੇ ਤੁਹਾਨੂੰ ਪਹਿਲਾਂ ਹੀ HPV ਇਨਫੈਕਸ਼ਨ ਹੋ ਚੁੱਕਿਆ ਹੈ ਤਾਂ ਵੀ ਲਗਾਇਆ ਜਾ ਸਕਦਾ ਹੈ। ਤੁਹਾਨੂੰ ਇਸ ਨਾਲ ਕੋਈ ਤਕਲੀਫ ਨਹੀਂ ਹੋਏਗੀ ਤੇ ਤੁਸੀਂ ਤਕਰੀਬਨ 96% 95% ਤੱਕ ਆਪਣੇ ਆਪ ਨੂੰ ਕੈਂਸਰ ਤੋਂ ਬਚਾ ਸਕਦੇ ਹੋ। ਇਹ ਤੇ ਹੁਣ ਡਾਕਟਰ ਸਾਹਿਬ ਤੁਹਾਡੇ ਤੋਂ ਇਹ ਜ਼ਰੂਰ ਜਾਨਣਾ ਚਾਹਾਂਗੇ ਕਿ ਕੈਂਸਰ ਦੀ ਬੱਚੇਦਾਨੀ ਦੇ ਕੈਂਸਰ ਦੀ ਗੱਲ ਕਰੀਏ, ਕਿਹੜੇ ਉਪਰਾਲੇ ਜਿਹੜੇ ਕਰਨੇ ਚਾਹੀਦੇ ਨੇ ਜਿਹਦੇ ਨਾਲ ਇਸ ਦੀ ਰੋਕਥਾਮ ਜਿਹੜੀ ਹੈ ਉਹ ਕੀਤੀ ਜਾ ਸਕੇ। जैसा कि आपने बोला प्रिवेंशन इज़ बेटर देन क्योर, ये बहुत ही इंपॉर्टेंट लाइन है जब हम कैंसर की बात करते हैं, क्योंकि अगर हम इस खराब बीमारी से अपनी सोसाइटी को बचाना चाहते हैं तो प्रिवेंशन पे हमें बहुत ध्यान देना होगा। प्रिवेंशन के लिए सबसे इम्पॉर्टेंट है कैंसर अवेयरनेस। लोगों को कैंसर के बारे में, उसके लक्षण के बारे में लोगों को अवेयर करना, जिससे कि वो इस बीमारी के बारे में अच्छे से समझ सकें और उसका अच्छे से इलाज करा सकें। दूसरी चीज़ है लोगों को इसके मिथ्स और फैक्ट्स के बारे में पता होना चाहिए, क्योंकि कैंसर को लेके या बच्चेदानी के मुंह के कैंसर को लेके बहुत सारी भ्रांतियाँ हैं जो हमारी सोसाइटी में हैं। तो वो मिथ्स और फैक्ट्स लोगों को क्लियर होने चाहिए। जैसे कि मैंने एक बात बोली कि सुई की जांच से लोग डरते हैं, तो वो चीज़ भी एक गलत है। लोगों को अपनी डाइट का बहुत ध्यान, ओवरऑल कैंसर से बचने के लिए डाइट आपकी बड़ी एक इम्पॉर्टेंट चीज़ है। वर्ल्ड हेल्थ ऑर्गेनाइजेशन कहती है कि आपकी डाइट का एक मेजर पार्ट होल ग्रेन्स होना चाहिए, फ्रूट्स होना चाहिए, वेजिटेबल्स होने चाहिए। आपको प्रिजर्व्ड जितनी भी प्रिजर्वेटिव वाले फूड्स हैं वो आप अवॉइड करो, शुगरी फूड अवॉइड करो, रेड मीट जैसे होता है उन सब चीज़ों को आपने अवॉइड करना चाहिए। जैसे डॉक्टर साहब ने बहुत ही डिटेल में बताया कैंसर वैक्सीन्स के बारे में, कैंसर स्क्रीनिंग के बारे में, ये भी एक बड़ी इंपॉर्टेंट फैक्टर है जिससे हम कैंसर को प्रिवेंट कर सकते हैं। इसी तरह से अगर मैं छोटी सी बात करूँ तो स्ट्रेस, वर्ल्ड हेल्थ ऑर्गेनाइजेशन कहती है कि अगर आप स्ट्रेस फैक्टर भी आप लाइफ में कम करते हो तो भी आप अपनी लाइफ में कैंसर के इंसिडेंस को, कैंसर की प्रोबेबिलिटी को आप कम करते हो। ਅੱਜ ਬਹੁਤ ਡਿਟੇਲ ਦੇ ਵਿੱਚ ਇਸ ਬਾਬਤ ਗੱਲ ਜਿਹੜੀ ਉਹ ਕੀਤੀ ਗਈ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ, ਕਿਉਂਕਿ ਅੱਜ ਦਾ ਜਿਹੜਾ ਦੌਰ ਹੈ ਉਹ ਸੋਸ਼ਲ ਮੀਡੀਆ ਦਾ ਦੌਰ ਹੈ ਜਿਹਦੇ ਵਿੱਚ ਨਾਨ ਆਥੈਂਟਿਕ ਇਨਫੋਰਮੇਸ਼ਨ ਵੀ ਕਹੀਏ ਅਸੀਂ ਪਾਸ ਆਨ ਹੁੰਦੀ ਰਹਿੰਦੀ ਹੈ। ਪਰ ਇਸ ਪ੍ਰੋਗਰਾਮ ਦਾ ਮਕਸਦ ਇਹ ਵੀ ਹੈ ਕਿ ਤੁਹਾਨੂੰ ਪੁਖਤਾ ਜਾਣਕਾਰੀ ਮਿਲੇ, ਸਹੀ ਜਾਣਕਾਰੀ ਮਿਲੇ ਤੇ ਜਿਨ੍ਹਾਂ ਕੋਲੋਂ ਮਿਲਣੀ ਚਾਹੀਦੀ ਹੈ ਉਹਨਾਂ ਕੋਲੋਂ ਹੀ ਜਾਣਕਾਰੀ ਮਿਲੇ। ਹਰ ਕੋਈ ਇਸ ਦਾ ਐਕਸਪਰਟ ਨਹੀਂ ਹੈ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। थैंक यू सर, थैंक यू। ਆਪਣਾ ਤੇ ਆਪਣਿਆਂ ਦੀ ਸਿਹਤ ਦਾ ਰੱਖੋ ਚੰਗੀ ਤਰ੍ਹਾਂ ਧਿਆਨ। ਫਿਲਹਾਲ ਦਿਓ ਇਜਾਜ਼ਤ, ਰੱਬ ਰਾਖਾ।